ਪਿਆਰੇ ਬੱਚਿਓ ਨਮਸਕਾਰ। ਅੱਜ ਆਪਾਂ ਗੱਲ ਕਰਾਂਗੇ ਚੌਥੀ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 20 ਮਿਹਨਤ ਦਾ ਮੁੱਲ। ਇਸ ਪਾਠ ਨੂੰ ਪੜ੍ਹਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਵੀ ਕਰਾਵਾਂਗੇ। ਬਾਕੀ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਹੁਣ ਆਪਾਂ ਇਸ ਪਾਠ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ। ਈਸ਼ਵਰ ਚੰਦਰ ਵਿਦਿਆਸਾਗਰ ਸਾਡੇ ਦੇਸ਼ ਦੇ ਉੱਘੇ ਵਿਦਵਾਨ ਹੋਏ ਹਨ। ਇੱਕ ਵਾਰ ਈਸ਼ਵਰ ਚੰਦਰ ਵਿਦਿਆਸਾਗਰ ਬਾਜ਼ਾਰ ਵਿੱਚੋਂ ਲੰਘ ਰਹੇ ਸਨ। ਉਹ ਇੱਕ ਮੰਗਤੇ ਦੀ ਆਵਾਜ਼ ਸੁਣ ਕੇ ਰੁਕ ਗਏ। ਮੰਗਤਾ ਇੱਕ ਛੋਟੀ ਜਿਹੀ ਉਮਰ ਦਾ ਮੁੰਡਾ ਸੀ। ਉਹਨਾਂ ਨੇ ਮੁੰਡੇ ਵੱਲ ਗਹੁ ਨਾਲ ਤੱਕਿਆ। ਮੁੰਡੇ ਦੇ ਨੈਣ ਪ੍ਰਾਣ ਤਾਂ ਸਬੂਤੇ ਸਨ, ਪਰ ਸਰੀਰ ਬੜਾ ਕਮਜ਼ੋਰ ਸੀ। ਵਿਦਿਆਸਾਗਰ ਜੀ ਨੂੰ ਇਹ ਸਮਝਦਿਆਂ ਦੇਰ ਨਾ ਲੱਗੀ ਕਿ ਉਹ ਮੁੰਡਾ ਸੱਚਮੁੱਚ ਹੀ ਬਹੁਤ ਗਰੀਬ ਹੈ। ਉਹਨਾਂ ਨੂੰ ਆਪਣੇ ਵੱਲ ਵੇਖਦਿਆਂ ਤੱਕ ਕੇ ਮੁੰਡੇ ਨੇ ਤਰਲਾ ਭਰ ਕੇ ਆਖਿਆ, "ਬਾਬੂ ਜੀ, ਇੱਕ ਪੈਸਾ, ਮੈਂ 2 ਦਿਨ ਤੋਂ ਕੁਝ ਨਹੀਂ ਖਾਧਾ। ਜੇ ਭਲਾ ਮੈਂ ਤੈਨੂੰ 2 ਆਨੇ ਦੇ ਦਿਆਂ ਤਾਂ ਕੀ ਕਰੇਂਗਾ?" ਵਿਦਿਆਸਾਗਰ ਜੀ ਨੇ ਪੁੱਛਿਆ। ਮੁੰਡੇ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸਨੇ ਕਿਹਾ, "ਬਹੁਤ ਮਿਹਰਬਾਨੀ ਹੋਵੇਗੀ ਬਾਬੂ ਜੀ। ਘਰ ਮੇਰੀ ਮਾਂ ਵੀ ਭੁੱਖੀ ਹੈ। ਅਸੀਂ 2 ਆਨਿਆਂ ਦੇ ਚੌਲ ਲਿਆ ਕੇ ਰਿੰਨ ਲਵਾਂਗੇ। ਜੇ ਭਲਾ ਮੈਂ ਤੈਨੂੰ 4 ਆਨੇ ਦੇ ਦਿਆਂ ਫਿਰ?" ਵਿਦਿਆਸਾਗਰ ਜੀ ਨੇ ਪੁੱਛਿਆ। "ਫਿਰ ਕੱਲ੍ਹ ਨੂੰ ਵੀ ਖਾਣ ਨੂੰ ਮਿਲ ਜਾਏਗਾ," ਮੁੰਡੇ ਨੇ ਕਿਹਾ। "ਜੇ 8 ਆਨੇ?" ਵਿਦਿਆਸਾਗਰ ਜੀ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਕਿ ਮੁੰਡਾ ਕੁਝ ਚੁੱਪ ਜਿਹਾ ਹੋ ਗਿਆ। ਉਹ ਸ਼ਾਇਦ ਇਹ ਸੋਚਣ ਲੱਗ ਪਿਆ ਸੀ ਕਿ ਇਹ ਆਦਮੀ ਉਸ ਨਾਲ ਮਖੌਲ ਕਰ ਰਿਹਾ ਹੈ। 8 ਆਨੇ ਕਿੰਜ ਦੇਵੇਗਾ? ਉਸਨੂੰ ਤਾਂ 1 ਪੈਸਾ ਵੀ ਡਾਢੀ ਮੁਸ਼ਕਲ ਨਾਲ ਮਿਲਦਾ ਹੈ। ਉਸਦੇ ਚੁੱਪ ਹੋਣ ਉੱਤੇ ਵਿਦਿਆਸਾਗਰ ਜੀ ਵੀ ਸਮਝ ਗਏ ਕਿ ਭਿਖਾਰੀ ਮੁੰਡਾ ਇਸ ਵੇਲੇ ਕੀ ਸੋਚ ਰਿਹਾ ਹੈ। 1 ਮਿੰਟ ਲਈ ਉਹ ਚੁੱਪ ਰਹਿ ਕੇ ਬੋਲੇ, "ਦੱਸ ਨਾ, ਕੀ ਕਰੇਂਗਾ 8 ਆਨਿਆਂ ਦਾ?" ਮੁੰਡਾ ਜ਼ਰਾ ਖਿਝ ਗਿਆ। ਉਹ ਕਹਿਣ ਲੱਗਾ, "ਬਾਬੂ ਜੀ, ਕਿਉਂ ਮਖੌਲ ਕਰਦੇ ਹੋ? ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਗਰੀਬੀ ਦਾ ਮਖੌਲ ਤਾਂ ਨਾ ਉਡਾਓ।" ਵਿਦਿਆਸਾਗਰ ਜੀ ਨੇ ਉਸ ਮੁੰਡੇ ਬਾਰੇ ਜੋ ਸੋਚਿਆ ਸੀ ਉਹ ਠੀਕ ਨਿਕਲਿਆ। ਉਸਨੇ ਉਹਨਾਂ ਬੜੇ ਠਰ੍ਹੰਮੇ ਨਾਲ ਕਿਹਾ, "ਮੈਂ ਤੈਨੂੰ ਮਖੌਲ ਨਹੀਂ ਕਰਦਾ ਪੁੱਤਰ। ਮੈਂ ਸੱਚਮੁੱਚ ਤੈਨੂੰ 8 ਆਨੇ ਨਹੀਂ ਸਗੋਂ 1 ਰੁਪਇਆ ਦਿਆਂਗਾ। ਮੈਂ ਤੈਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੂੰ ਉਸ ਰੁਪਏ ਦਾ ਕੀ ਕਰੇਂਗਾ?" "ਉਸ ਰੁਪਏ ਦਾ?" ਮੁੰਡੇ ਨੇ ਕੁਝ ਝਿਜਕਦਿਆਂ ਕਿਹਾ। "ਉਸ ਰੁਪਏ ਦਾ? ਉਸ ਵਿੱਚੋਂ 8 ਆਨੇ ਮੈਂ ਆਪਣੀ ਮਾਂ ਨੂੰ ਦਿਆਂਗਾ। ਉਹ ਇਹਨਾਂ ਦੇ ਚੌਲ ਲੈ ਆਵੇਗੀ। ਉਹਨਾਂ ਚੌਲਾਂ ਨਾਲ ਸਾਡੇ 4 ਦਿਨ ਨਿਕਲ ਜਾਣਗੇ। ਬਾਕੀ 8 ਆਨਿਆਂ ਦੀ ਮੂੰਗਫਲੀ ਲੈ ਕੇ ਮੈਂ ਛਾਬੜੀ ਲਾ ਲਵਾਂਗਾ। ਉਸ ਵਿੱਚੋਂ ਜੋ ਮੁਨਾਫਾ ਹੋਵੇਗਾ ਉਸਦੀ ਹੋਰ ਮੂੰਗਫਲੀ ਲੈ ਕੇ ਵੇਚਾਂਗਾ। ਇੰਜ ਸਾਡਾ ਗੁਜ਼ਾਰਾ ਚੱਲਣ ਲੱਗ ਜਾਏਗਾ।" ਵਿਦਿਆਸਾਗਰ ਜੀ ਉਸ ਮੁੰਡੇ ਦਾ ਉੱਤਰ ਸੁਣ ਕੇ ਬਹੁਤ ਖੁਸ਼ ਹੋਏ। ਉਹਨਾਂ ਆਪਣੀ ਜੇਬ ਵਿੱਚੋਂ 1 ਰੁਪਇਆ ਕੱਢ ਕੇ ਉਸ ਮੁੰਡੇ ਦੇ ਹੱਥ ਫੜਾਇਆ ਤੇ ਉਸਦਾ ਮੋਢਾ ਥਾਪੜਦਿਆਂ ਕਿਹਾ, "ਮੇਰੇ ਚੰਗੇ ਪੁੱਤਰ, ਇਵੇਂ ਹੀ ਕਰੀਂ ਜਿਵੇਂ ਤੂੰ ਕਿਹਾ ਹੈ।" ਇਹ ਕਹਿ ਕੇ ਉਹ ਅਗਾਹਾਂ ਚਲੇ ਗਏ। ਇਸ ਤੋਂ ਕੋਈ 10 ਵਰ੍ਹੇ ਬਾਅਦ ਵਿਦਿਆਸਾਗਰ ਜੀ ਉਸੇ ਸ਼ਹਿਰ ਵਿੱਚੋਂ ਲੰਘ ਰਹੇ ਸਨ। ਉਹਨਾਂ ਨੂੰ ਇੱਕ ਨੌਜਵਾਨ ਨੇ ਆ ਕੇ ਪੈਰੀਂ ਹੱਥ ਲਾਏ। ਉਸ ਨੌਜਵਾਨ ਨੇ ਚੰਗੇ ਕੱਪੜੇ ਪਾਏ ਹੋਏ ਸਨ। ਵਿਦਿਆਸਾਗਰ ਜੀ ਉਸ ਨੂੰ ਪਛਾਣ ਨਾ ਸਕੇ। ਮੱਥਾ ਟੇਕਣ ਪਿੱਛੋਂ ਉਸ ਮੁੰਡੇ ਨੇ ਉਹਨਾਂ ਨੂੰ ਹੱਥ ਜੋੜਦਿਆਂ ਕਿਹਾ, "ਬਾਬੂ ਜੀ, ਬੜੀ ਮਿਹਰਬਾਨੀ। ਬਾਬੂ ਜੀ, ਮਿਹਰਬਾਨੀ ਕਰਕੇ ਜ਼ਰਾ 1 ਮਿੰਟ ਲਈ ਮੇਰੇ ਨਾਲ ਆਓ।" ਉਹ ਇਹ ਕਹਿ ਕੇ ਸਾਹਮਣੀ ਦੁਕਾਨ ਵੱਲ ਵਧਿਆ। ਵਿਦਿਆਸਾਗਰ ਜੀ ਵੀ ਉਸਦੇ ਪਿੱਛੇ-ਪਿੱਛੇ ਤੁਰ ਪਏ। ਦੁਕਾਨ ਅੰਦਰ ਜਾ ਕੇ ਉਸ ਨੌਜਵਾਨ ਨੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਬਿਠਾਉਂਦਿਆਂ ਕਿਹਾ, "ਬਾਬੂ ਜੀ, ਪਛਾਣਿਆ ਨਹੀਂ ਮੈਨੂੰ? ਮੈਂ ਉਹੀ ਭਿਖਾਰੀ ਮੁੰਡਾ ਹਾਂ ਜਿਸ ਨੂੰ ਅੱਜ ਤੋਂ ਬਹੁਤ ਸਾਲ ਪਹਿਲਾਂ ਤੁਸੀਂ 1 ਰੁਪਇਆ ਦਿੱਤਾ ਸੀ। ਹੁਣ ਇਹ ਦੁਕਾਨ ਮੇਰੀ ਹੈ।" ਵਿਦਿਆਸਾਗਰ ਜੀ ਸਾਰੀ ਗੱਲ ਸਮਝ ਗਏ। ਇਸ ਵੇਲੇ ਉਹਨਾਂ ਦੇ ਚਿਹਰੇ 'ਤੇ ਅਕਹਿ ਖੁਸ਼ੀ ਸੀ। ਚਾਹ ਪਾਣੀ ਪਿਆਉਣ ਪਿੱਛੋਂ ਉਸ ਨੌਜਵਾਨ ਨੇ ਉਹਨਾਂ ਨੂੰ 1000 ਰੁਪਇਆ ਭੇਟ ਕਰਨਾ ਚਾਹਿਆ। ਵਿਦਿਆਸਾਗਰ ਜੀ ਨੇ ਇਹ ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ, "ਮੇਰੇ ਚੰਗੇ ਪੁੱਤਰ, ਇਹ ਰੁਪਈਏ ਤੂੰ ਆਪਣੇ ਕੋਲ ਰੱਖ। ਜਦੋਂ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸਦੀ ਸਹਾਇਤਾ ਕਰਨੀ। ਮੈਂ ਬਹੁਤ ਖੁਸ਼ ਹਾਂ ਕਿ ਤੂੰ ਉਦੋਂ ਮੈਨੂੰ ਜੋ ਵਚਨ ਦਿੱਤਾ ਸੀ ਉਹ ਨਿਭਾਇਆ ਹੈ। ਇਹ ਦੁਕਾਨ, ਇਹ ਰੁਪਈਏ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ।" ਸੱਚਮੁੱਚ ਇਹੋ ਜਿਹੇ ਨੇਕ ਦਿਲ, ਸਾਦਾ ਤੇ ਵਿਦਵਾਨ ਇਨਸਾਨਾਂ ਕਰਕੇ ਹੀ ਭਾਰਤ ਦਾ ਨਾਂ ਸਾਰੀ ਦੁਨੀਆ ਵਿੱਚ ਸਦਾ-ਸਦਾ ਲਈ ਰੌਸ਼ਨ ਰਹੇਗਾ। ਪਾਠ ਅਭਿਆਸ। ਪੜ੍ਹੋ ਅਤੇ ਸਮਝੋ। ਵਿਦਵਾਨ, ਜਿਸਨੇ ਵਿੱਦਿਆ ਪੜ੍ਹੀ ਹੋਵੇ। ਮਖੌਲ, ਮਜ਼ਾਕ, ਹਾਸਾ। ਠਰ੍ਹੰਮਾ, ਧੀਰਜ, ਟਿਕਾਅ। ਮੁਨਾਫਾ, ਲਾਭ, ਫਾਇਦਾ ਹੋਣਾ। ਅਗਾਹਾਂ, ਅੱਗੇ। ਸਤਿਕਾਰ, ਇੱਜ਼ਤ, ਆਦਰ। ਅਕਹਿ, ਜੋ ਕਿਹਾ ਨਾ ਜਾ ਸਕੇ। ਸਹਾਇਤਾ, ਮਦਦ।
ਅੱਗੇ ਹੈਗਾ ਬੱਚਿਓ ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਠੀਕ ਹੈ, ਆਪਣੇ ਕੋਲ ਪਹਿਲੀ ਖਾਲੀ ਥਾਂ ਹੈਗੀ ਹੈ, ਉਸ ਮੁੰਡੇ ਦੇ ਨੈਣ ਪ੍ਰਾਣ ਤਾਂ ਸਬੂਤੇ ਸਨ ਪਰ ਸਰੀਰ ਦਾ ਬੜਾ ਡੈਸ਼ ਸੀ। ਕੀ ਸੀ ਬੱਚਿਓ? ਕਮਜ਼ੋਰ। ਮੁੰਡੇ ਦੀਆਂ ਅੱਖਾਂ ਵਿੱਚ ਡੈਸ਼ ਆ ਗਈ। ਕੀ ਆ ਗਈ ਸੀ ਬੱਚਿਓ? ਚਮਕ। ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਡੈਸ਼ ਦਾ ਮਖੌਲ ਤਾਂ ਨਾ ਉਡਾਓ, ਗਰੀਬੀ। ਵਿਦਿਆਸਾਗਰ ਜੀ ਦੇ ਚਿਹਰੇ 'ਤੇ ਅਕਹਿ ਡੈਸ਼ ਸੀ। ਕੀ ਸੀ ਬੱਚਿਓ? ਖੁਸ਼ੀ। ਜਦੋਂ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਸਦੀ ਸਹਾਇਤਾ ਕਰਨੀ। ਤਾਂ ਉਸਦੀ ਕੀ ਕਰਨੀ ਬੱਚਿਓ? ਸਹਾਇਤਾ। ਇਸ ਤਰ੍ਹਾਂ ਤੁਸੀਂ ਇਹ ਖਾਲੀ ਥਾਵਾਂ ਕਰ ਸਕਦੇ ਹੋ। ਅੱਗੇ ਦੇਖਦੇ ਹਾਂ ਆਪਾਂ ਪ੍ਰਸ਼ਨ ਉੱਤਰ ਦਿੱਤੇ ਹੋਏ ਨੇ, ਇਹਨਾਂ ਨੂੰ ਵੀ ਕਰਦੇ ਹਾਂ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਊੜਾ ਪ੍ਰਸ਼ਨ ਹੈਗਾ ਸਾਡੇ ਕੋਲ, ਈਸ਼ਵਰ ਚੰਦਰ ਵਿਦਿਆਸਾਗਰ ਕੌਣ ਸਨ? ਈਸ਼ਵਰ ਚੰਦਰ ਵਿਦਿਆਸਾਗਰ ਜੀ ਸਾਡੇ ਦੇਸ਼ ਦੇ ਉੱਘੇ ਵਿਦਵਾਨ ਸਨ। ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਿੰਨੇ ਰੁਪਏ ਦੇਣ ਦਾ ਵਾਅਦਾ ਕੀਤਾ? ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ 1 ਰੁਪਇਆ ਦੇਣ ਦਾ ਵਾਅਦਾ ਕੀਤਾ। ਭਿਖਾਰੀ ਮੁੰਡੇ ਨੇ ਉਸ ਰੁਪਏ ਨੂੰ ਕਿੰਝ ਖਰਚਣ ਬਾਰੇ ਦੱਸਿਆ? ਭਿਖਾਰੀ ਮੁੰਡੇ ਨੇ ਕਿਹਾ ਕਿ ਉਹ 1 ਰੁਪਏ ਵਿੱਚੋਂ 8 ਆਨੇ ਆਪਣੀ ਮਾਂ ਨੂੰ ਦੇਵੇਗਾ, ਜਿਨ੍ਹਾਂ ਦੇ ਉਹ ਚੌਲ ਲੈ ਆਵੇਗੀ, ਜਿਸ ਨਾਲ ਉਹਨਾਂ ਦੇ 4 ਦਿਨ ਨਿਕਲ ਜਾਣਗੇ। ਬਾਕੀ ਦੇ 8 ਆਨਿਆਂ ਦੀ ਉਹ ਮੂੰਗਫਲੀ ਲੈ ਕੇ ਛਾਬੜੀ ਲਾ ਲਵੇਗਾ। ਇਸ ਵਿੱਚੋਂ ਹੋਣ ਵਾਲੇ ਮੁਨਾਫੇ ਦੀ ਉਹ ਹੋਰ ਮੂੰਗਫਲੀ ਲੈ ਕੇ ਵੇਚੇਗਾ। ਇਸ ਤਰ੍ਹਾਂ ਉਸ ਦਾ ਗੁਜ਼ਾਰਾ ਚੱਲ ਪਵੇਗਾ। ਦੁਕਾਨ ਅੰਦਰ ਜਾ ਕੇ ਨੌਜਵਾਨ ਨੇ ਵਿਦਿਆਸਾਗਰ ਜੀ ਨੂੰ ਕੀ ਕਿਹਾ? ਉੱਤਰ, ਦੁਕਾਨ ਅੰਦਰ ਜਾ ਕੇ ਨੌਜਵਾਨ ਨੇ ਵਿਦਿਆਸਾਗਰ ਜੀ ਨੂੰ ਦੱਸਿਆ ਕਿ ਉਹ ਉਹੀ ਭਿਖਾਰੀ ਮੁੰਡਾ ਹੈ ਜਿਸ ਨੂੰ ਉਹਨਾਂ ਨੇ ਅੱਜ ਤੋਂ ਬਹੁਤ ਸਾਲ ਪਹਿਲਾਂ 1 ਰੁਪਈਆ ਦਿੱਤਾ ਸੀ। ਹੁਣ ਉਹ ਇੱਕ ਦੁਕਾਨ ਦਾ ਮਾਲਕ ਹੈ। ਹਾਹਾ। ਨੌਜਵਾਨ ਨੇ ਵਿਦਿਆਸਾਗਰ ਜੀ ਨੂੰ ਕੀ ਦੇਣਾ ਚਾਹਿਆ? ਨੌਜਵਾਨ ਨੇ ਵਿਦਿਆਸਾਗਰ ਜੀ ਨੂੰ 1000 ਰੁਪਇਆ ਦੇਣਾ ਚਾਹਿਆ। ਵਿਦਿਆਸਾਗਰ ਜੀ ਨੇ ਰੁਪਏ ਕੀ ਕਹਿ ਕੇ ਵਾਪਸ ਕਰ ਦਿੱਤੇ? ਵਿਦਿਆਸਾਗਰ ਜੀ ਨੇ 1000 ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ ਕਿ ਜਦੋਂ ਉਸਨੂੰ ਕੋਈ ਲੋੜਵੰਦ ਇਨਸਾਨ ਮਿਲੇ ਤਾਂ ਉਹ ਉਸਦੀ ਸਹਾਇਤਾ ਕਰੇ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਮਿਹਨਤ ਕਰਨ ਵਾਲਾ ਆਦਮੀ ਕਦੇ ਭੁੱਖਾ ਨਹੀਂ ਮਰਦਾ। ਮਿਹਰਬਾਨੀ ਕਰਕੇ ਮੈਨੂੰ 1 ਦਿਨ ਦੀ ਛੁੱਟੀ ਦੇ ਦਿਓ। ਲੋੜਵੰਦ, ਸਾਨੂੰ ਹਰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ। ਸਹਾਇਤਾ, ਸਾਨੂੰ ਗਰੀਬ ਦੀ ਸਹਾਇਤਾ ਕਰਨੀ ਚਾਹੀਦੀ ਹੈ। ਰੋਸ਼ਨ, ਸਾਨੂੰ ਪੜ੍ਹ ਲਿਖ ਕੇ ਮਾਂ-ਬਾਪ ਦਾ ਨਾਂ ਰੋਸ਼ਨ ਕਰਨਾ ਚਾਹੀਦਾ ਹੈ। ਹੇਠ ਲਿਖੇ ਸ਼ਬਦ ਕਿਸ ਨੇ ਕਿਸ ਨੂੰ ਕਹੇ? ਊੜਾ ਹੈਗਾ ਸਾਡੇ ਕੋਲ, ਬਾਬੂ ਜੀ 1 ਪੈਸਾ, ਮੈਂ 2 ਦਿਨਾਂ ਤੋਂ ਕੁਝ ਨਹੀਂ ਖਾਧਾ। ਇਹ ਸ਼ਬਦ ਭਿਖਾਰੀ ਮੁੰਡੇ ਨੇ ਈਸ਼ਵਰ ਚੰਦਰ ਵਿਦਿਆਸਾਗਰ ਜੀ ਨੂੰ ਕਹੇ ਸੀ। ਜੇ ਭਲਾ ਮੈਂ ਤੈਨੂੰ 4 ਆਨੇ ਦੇ ਦਿਆਂ ਫਿਰ? ਇਹ ਸ਼ਬਦ ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਹੇ ਸੀ। ਮੇਰੇ ਚੰਗੇ ਪੁੱਤਰ, ਇਵੇਂ ਹੀ ਕਰੀਂ ਜਿਵੇਂ ਤੂੰ ਕਿਹਾ ਹੈ। ਇਹ ਸ਼ਬਦ ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਹੇ ਸੀ। ਸੱਸਾ ਹੈਗਾ, ਬਾਬੂ ਜੀ ਮਿਹਰਬਾਨੀ ਕਰਕੇ ਜਰਾ 1 ਮਿੰਟ ਲਈ ਮੇਰੇ ਨਾਲ ਆਓ। ਇਹ ਸ਼ਬਦ ਨੌਜਵਾਨ ਨੇ ਈਸ਼ਵਰ ਚੰਦਰ ਵਿਦਿਆਸਾਗਰ ਜੀ ਨੂੰ ਕਹੇ ਸੀ। ਇਹ ਦੁਕਾਨ, ਰੁਪਈਆ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ। ਇਹ ਸ਼ਬਦ ਈਸ਼ਵਰ ਚੰਦਰ ਵਿਦਿਆਸਾਗਰ ਜੀ ਨੇ ਨੌਜਵਾਨ ਮੁੰਡੇ ਨੂੰ ਕਹੇ ਸੀ। ਅੱਗੇ ਹੈਗਾ ਬੱਚਿਓ, ਆਪਾਂ ਨੇ ਵਿਸ਼ਰਾਮ ਚਿੰਨ੍ਹ ਲਾਉਣੇ ਨੇ। ਠੀਕ ਹੈ, ਵਿਸ਼ਰਾਮ ਚਿੰਨ੍ਹ ਕਿਸ ਤਰ੍ਹਾਂ ਲੱਗਦੇ ਨੇ ਕਿ ਸਹੀ ਜਗ੍ਹਾ 'ਤੇ ਆਪਾਂ ਨੇ ਕੋਮਾ ਲਾਉਣਾ ਹੈ ਜਾਂ ਡੰਡੀ ਲਾਉਣੀ ਹੈ। ਇਸ ਤਰ੍ਹਾਂ ਹੋੜਾ ਕਨੌੜਾ ਸਾਰਾ ਕੁਝ ਲਾਉਣਾ ਹੈ। ਅਤੇ ਹੁਣ ਆਪਾਂ ਇਹ ਵਾਕ ਦੇ ਵਿੱਚ ਲਾਉਂਦੇ ਹਾਂ, ਮੁੰਡਾ ਜਰਾ ਖਿਝ ਗਿਆ। ਇਸ ਤੋਂ ਬਾਅਦ ਇੱਥੇ ਲੱਗੂਗੀ ਡੰਡੀ। ਇਹ ਆਪਾਂ ਨੇ ਇਹਦਾ ਉੱਤਰ ਲਿਖਿਆ ਹੋਇਆ ਇਹ ਵਾਲਾ। ਠੀਕ ਹੈ, ਇਹ ਬਿਲਕੁਲ ਸਹੀ ਲਿਖਿਆ ਹੋਇਆ ਵਿਸ਼ਰਾਮ ਚਿੰਨ੍ਹ ਲਾ ਕੇ। ਠੀਕ ਹੈ, ਖਿਝ ਗਿਆ ਤੋਂ ਬਾਅਦ ਆਪਾਂ ਇੱਥੇ ਡੰਡੀ ਲਾ ਦਾਂਗੇ। ਕਹਿਣ ਲੱਗਾ ਕੋਮਾ, ਫਿਰ ਇਹਨੂੰ ਆਪਾਂ ਕੋਮਿਆਂ ਦੇ ਵਿੱਚ ਬੰਦ ਕਰ ਦਾਂਗੇ ਕਿਉਂਕਿ ਇਹ ਕਿਸੇ ਦੀ ਕਹੀ ਹੋਈ ਗੱਲ ਹੈ। ਬਾਬੂ ਜੀ ਕਿਉਂ ਮਖੌਲ ਕਰਦੇ ਹੋ? ਇੱਥੇ ਆਪਾਂ ਕੁਐਸਚਨ ਮਾਰਕ ਦਾ ਚਿੰਨ੍ਹ ਲਾ ਦਾਂਗੇ। ਜੇ ਮੈਨੂੰ ਗਰੀਬ ਨੂੰ ਕੁਝ ਦੇਣਾ ਨਹੀਂ ਤਾਂ ਮੇਰੀ ਗਰੀਬੀ ਦਾ ਮਖੌਲ ਤਾਂ ਨਾ ਉਡਾਓ। ਇੱਥੇ ਆਪਾਂ ਡੰਡੀ ਲਾ ਦਾਂਗੇ ਅਤੇ ਕੋਮਿਆਂ ਦੇ ਵਿੱਚ ਬੰਦ ਕਰ ਦਾਂਗੇ। ਇਹ ਤੋਂ ਬਾਅਦ ਹੈਗਾ ਬੱਚਿਓ, ਜੇਕਰ ਤੁਹਾਨੂੰ 100 ਰੁਪਏ ਦਿੱਤੇ ਜਾਣ ਤਾਂ ਤੁਸੀਂ ਉਹਨਾਂ ਦਾ ਕੀ ਕਰੋਗੇ? ਲਿਖੋ ਜਾਂ ਦੱਸੋ। ਠੀਕ ਹੈ, ਤੁਸੀਂ ਅਧਿਆਪਕ ਨੂੰ ਆਪਣੇ ਦੱਸ ਸਕਦੇ ਹੋ ਜਾਂ ਫਿਰ
ਤੁਸੀਂ ਆਪਣੇ ਹਿਸਾਬ ਨਾਲ ਲਿਖਣਾ ਹੈ ਕਿ ਜੇਕਰ ਤੁਹਾਨੂੰ ਕੋਈ 100 ਰੁਪਏ ਦੇਵੇ ਤਾਂ ਤੁਸੀਂ ਉਸਦਾ ਕੀ ਕਰੋਗੇ। ਠੀਕ ਹੈ, ਤਾਂ ਇਸ ਤਰ੍ਹਾਂ ਬੱਚਿਓ ਇਹ ਪਾਠ ਹੈ ਜਿਹੜਾ ਪੂਰਾ ਹੋ ਗਿਆ। ਬਾਕੀ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਵੀ ਤੁਸੀਂ ਚੈਨਲ ਦੇ ਵਿੱਚੋਂ ਕਰ ਸਕਦੇ ਹੋ। ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਉਸ ਪਲੇਲਿਸਟ ਦਾ ਲਿੰਕ ਦੇ ਦਾਂਗੇ ਜਿਸ ਦੇ ਵਿੱਚ ਸਾਰੇ ਪ੍ਰਸ਼ਨਾਂ ਦੇ ਉੱਤਰ ਵਾਲੀਆਂ ਵੀਡੀਓ ਐਡ ਕੀਤੀਆਂ ਗਈਆਂ ਨੇ। ਧੰਨਵਾਦ।